ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦਾ ਦਿਨ ਆਪਨੇ ਸਾਨੂੰ ਦਿੱਤਾ ਹੈ। ਇਸ ਦਿਨ ਵਿੱਚ ਤੇਰੀ ਵਡਿਆਈ, ਤੇਰੀ ਉਸਤਤ ਹੋਵੇ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ ਔਰ ਤੇਰੇ ਨਾਮ ਨੂੰ ਮਹਿਮਾ ਮਿਲੇ। ਤੇਰੇ ਹੀ ਨਾਮ ਦੇ ਰਾਹੀਂ ਅਸੀਂ ਤੇਰਾ ਆਦਰ ਕਰਦੇ ਹੋਏ ਤੇਰੇ ਰਾਜ ਵਿੱਚ ਪਾਏ ਜਾਈਏ। ਅੱਜ ਦੇ ਵਚਨ ਦੇ ਨਾਲ ਸਾਨੂੰ ਆਪ ਦੀ ਜਿਉਂਦੀ ਆਸ ਦੇ ਵਿੱਚ ਵਧਣ ਦੇ ਲਈ ਮਦਦ ਕਰ ਔਰ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੀ ਤਾਫੀਕ ਦੇ ਕੇ ਆਪਣੇ ਰਾਜ ਵਿੱਚ ਲੈ ਕੇ ਚੱਲ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਬਿਰਲਾਪ ਗੀਤ, ਉਸ ਦਾ 3 ਅਧਿਆਇ, ਉਸ ਦੀ 21 ਤੋਂ ਲੈ ਕੇ 23 ਆਇਤਾਂ ਤੱਕ ਦਾ ਮੈਂ ਵਚਨ ਦਾ ਭਾਗ ਲਿਆ ਹੈ। ਇੱਥੇ ਲਿਖਿਆ ਹੈ, ਇਹ ਮੈਂ ਆਪਣੇ ਦਿਲ ਵਿੱਚ ਸਿਮਰਦਾ ਹਾਂ, ਇਸ ਲਈ ਮੈਨੂੰ ਆਸ ਹੈ। ਇਹ ਯਹੋਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਿਮ ਅਟੁੱਟ ਹੈ। ਉਹ ਹਰ ਸਵੇਰ ਨੂੰ ਤਾਜ਼ਾ ਹਨ ਅਤੇ ਤੇਰੀ ਵਫਾਦਾਰੀ ਵੱਡੀ ਹੈ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਨਿਆਂ ਵਿੱਚ ਰੱਬ ਦੀ ਮਿਹਰ, ਨਿਆਂ ਵਿੱਚ ਪਰਮੇਸ਼ਵਰ ਦੀ ਮਿਹਰ। ਔਰ ਇੱਥੇ ਜੋ ਯਰਮਾਇਆ ਹੈ, ਇਹ ਬਿਰਲਾਪ ਗੀਤ ਲਿਖ ਰਿਹਾ ਹੈ, ਇਹ ਲਿਖ ਰਿਹਾ ਹੈ ਜਦੋਂ ਇਸਰਾਇਲ ਰਾਜ ਉੱਤਰੀ ਅਤੇ ਦੱਖਣੀ ਗੁਲਾਮੀ ਦੇ ਵਿੱਚ ਚਲੇ ਗਏ ਤਾਂ ਉਸ ਦੇ ਵਿੱਚ ਇੱਕ ਗੱਲ ਉਹ ਲਿਖ ਰਿਹਾ ਹੈ, ਉਹ ਹੈ ਮੈਨੂੰ ਆਸ। ਕੀ ਹੈ? ਕਹਿੰਦਾ ਸਭ ਕੁਝ ਭਿਆਨਕ ਦਿਖਦਾ ਹੈ, ਪਰ ਯਰਮਾਇਆ ਚਾਹੁੰਦਾ ਹੈ ਕਿ ਲੋਕ ਜਾਣਨ ਕਿ ਇੱਥੇ ਅਜੇ ਆਸ ਦੇ ਕੁਝ ਕਾਰਨ ਹਨ। ਲੋਕ ਜਾਣਨ ਕਿ ਪਰਮੇਸ਼ਵਰ ਦੇ ਨਿਆਂ ਦੇ ਵਿੱਚ ਉਸ ਦੀ ਮਿਹਰ ਹੈ। ਉਹ ਚਾਹੁੰਦਾ ਨਹੀਂ ਕਿ ਕੋਈ ਨਾਸ਼ ਹੋਵੇ, ਉਹ ਚਾਹੁੰਦਾ ਨਹੀਂ ਕੋਈ ਨਸ਼ਟ ਹੋ ਜਾਵੇ, ਉਹ ਚਾਹੁੰਦਾ ਨਹੀਂ ਕਿ ਕਿਸੇ ਦੀ ਬਰਬਾਦੀ ਹੋਵੇ, ਉਹ ਨਹੀਂ ਚਾਹੁੰਦਾ ਕਿ ਮਨੁੱਖ ਪਾਪ ਦੇ ਵਿੱਚ ਹੀ ਨਸ਼ਟ ਹੋ ਜਾਵੇ। ਯਰਮਾਇਆ ਇਸਰਾਇਲ ਦੇ ਲਈ ਦੁੱਖ ਅਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਪਣੇ ਆਪ ਨੂੰ ਦੁਖੀ ਅਤੇ ਦੁੱਖ ਦੇ ਵਿੱਚ ਪਰਮੇਸ਼ਵਰ ਦੇ ਲੋਕਾਂ ਨੂੰ ਇੱਕ ਆਸ ਦੇ ਬਾਰੇ ਦੱਸ ਰਿਹਾ ਹੈ। ਉਹ ਮੇਰੇ ਲਈ ਵੀ ਹੈ ਤੇ ਆਪ ਦੇ ਲਈ ਵੀ ਹੈ। ਔਰ ਇਸ ਜਗ੍ਹਾ ਦੇ ਉੱਤੇ ਜਦੋਂ 21 ਆਇਤ ਨੂੰ ਮੈਂ ਪੜ੍ਹਦਾ ਹਾਂ ਤਾਂ 21 ਆਇਤ ਦੇ ਵਿੱਚ ਉਹ ਕਹਿੰਦਾ ਹੈ, ਮੈਨੂੰ ਇਹ ਸਮਰਨ ਹੈ ਅਤੇ ਮੈਨੂੰ ਆਸ ਹੈ। ਅਸੀਂ ਇਸ ਸਮੇਂ ਇੱਕ ਅਜਿਹੇ ਯੁੱਗ ਦੇ ਵਿੱਚ ਜਾ ਰਹੇ ਹਾਂ ਜਿੱਥੇ ਪ੍ਰਾਕਿਰਤਿਕ ਅਤੇ ਕੁਦਰਤੀ ਦੁੱਖ ਅਤੇ ਸਤਾਵ ਮਨੁੱਖੀ ਜੀਵਨ ਦੇ ਵਿੱਚ ਆ ਰਹੇ ਆ। ਮੈਂ ਸਮਝਦਾ ਹਾਂ ਕਿ ਇਸ ਸਮੇਂ ਦੇ ਹਾਲਾਤ ਕਿਸੇ ਤੋਂ ਛੁਪੇ ਨਹੀਂ। ਕਰੋਨਾ ਵਾਇਰਸ ਨੇ ਬਹੁਤ ਸਾਰੀਆਂ ਜਾਨਾਂ ਲੈ ਲਈਆਂ ਔਰ ਲੋਕਾਂ ਦੇ ਅੰਦਰ, ਮਤਲਬ ਕਿ ਚਾਹੇ ਵਿਸ਼ਵਾਸੀ ਹੈ ਅਵਿਸ਼ਵਾਸੀ ਹੈ, ਉਹਨਾਂ ਦੇ ਵਿੱਚ ਇੱਕ ਡਰ ਆ ਗਿਆ, ਖੌਫ ਆ ਗਿਆ ਹੈ ਕਿ ਹੁਣ ਕਿਤੇ ਉਹ ਬਿਮਾਰੀ ਮੈਨੂੰ ਨਾ ਲੱਗ ਜਾਏ, ਹੁਣ ਕਿਤੇ ਮੈਂ ਉਸ ਬਿਮਾਰੀ ਦੀ ਜਕੜ 'ਚ ਨਾ ਆ ਜਾਵਾਂ, ਮੈਂ ਕਿਸ ਤਰ੍ਹਾਂ ਬਚ ਸਕਦਾ। ਔਰ ਮੈਨੂੰ ਸੁਣਨ ਨੂੰ ਇਹ ਵੀ ਆਇਆ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਅਲੱਗ ਹੀ ਵਾਇਰਸ ਆ ਗਿਆ ਹੈ ਜਿਹਦੇ ਵਿੱਚ 3 ਘੰਟੇ ਦੇ ਵਿੱਚ ਮੌਤ ਹੋ ਰਹੀ ਹੈ। ਪਰ ਇੱਥੇ ਪਰਮੇਸ਼ਵਰ ਦਾ ਦਾਸ ਕਹਿ ਰਿਹਾ ਹੈ ਕਿ ਮੈਨੂੰ ਯਾਦ ਆ ਰਿਹਾ ਹੈ, ਅਸੀਂ ਮੁੱਕ ਨਹੀਂ ਗਏ, ਅਸੀਂ ਮੁੱਕ ਨਹੀਂ ਗਏ। ਮੈਨੂੰ ਸਮਰਨ ਆ ਰਿਹਾ ਔਰ ਇਹ ਸਮਰਨ ਆ ਰਿਹਾ ਹੈ ਕਿ ਅਸੀਂ ਮੁੱਕ ਨਹੀਂ ਗਏ। ਸਾਨੂੰ ਆਸ ਹੈ ਕਿ ਸਾਡੇ ਕੋਲ ਹਜੇ ਵੀ ਜੀਵਨ ਹੈ। ਉਹ ਜੀਵਨ ਖਤਮ ਹੋਣ ਵਾਲਾ ਨਹੀਂ, ਉਹ ਜੀਵਨ ਮਿਟਣ ਵਾਲਾ ਨਹੀਂ। ਜੇ ਇਸ ਗੱਲ ਦੇ ਉੱਤੇ ਅਸੀਂ ਧਿਆਨ ਕਰੀਏ ਕਿ ਸਾਡੇ ਕੋਲ ਆਸ ਹੈ ਤਾਂ ਇਹ ਆਸ ਜਦੋਂ ਮੈਂ ਪਰਮੇਸ਼ਵਰ ਦੇ ਵਚਨ
ਰੋਮੀਆਂ ਦੀ ਪੁਸਤਕ ਉਸ ਦਾ 8 ਅਧਿਆਇ ਪੜ੍ਹਦਾ ਹਾਂ ਤਾਂ ਉਸ ਵਿੱਚ ਇਸ ਆਸ ਦਾ ਜ਼ਿਕਰ ਬੜੇ ਸਾਫ਼ ਰੀਤੀ ਨਾਲ ਲਿਖਿਆ ਹੈ ਔਰ ਉਹ ਮੈਂ ਆਪ ਨੂੰ ਪੜ੍ਹ ਕੇ ਦੱਸਣਾ ਚਾਹੁੰਦਾ ਹਾਂ। ਇੱਥੇ ਜਦੋਂ ਇਹ ਸਮਾਂ ਗੁਜ਼ਰਦਾ ਹੈ ਤਾਂ ਇੱਥੇ ਕੀ ਕਹਿ ਰਿਹਾ ਹੈ ਪਰਮੇਸ਼ਰ ਦਾ ਦਾਸ ਪੌਲਸ, ਕਹਿੰਦਾ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਅਤੇ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਚਾਉਣ ਦੇ ਯੋਗ ਨਹੀਂ, ਅਤੇ ਸ੍ਰਿਸ਼ਟੀ ਮਤਲਬ ਧਰਤੀ ਵੱਡੀ ਚਾਹ ਦੇ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ, ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਇਸ ਲਈ ਇੱਛਾ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੀਦ ਨਾਲ ਆਸ ਦੇ ਨਾਲ। ਇਹਦਾ ਮਤਲਬ ਸ੍ਰਿਸ਼ਟੀ ਨੂੰ ਇੱਕ ਆਸ ਹੈ, ਇੱਕ ਧਰਤੀ ਨੂੰ ਆਸ ਹੈ ਕਿ ਮੈਨੂੰ ਛੁਟਕਾਰਾ ਮਿਲੇਗਾ, ਮੈਂ ਇਸ ਪਾਪ ਤੋਂ ਔਰ ਇਸ ਸੰਸਾਰ ਦੇ ਦੁੱਖਾਂ ਤੋਂ, ਇਸ ਸੰਸਾਰ ਦੇ ਭੈਜਲਾਂ ਤੋਂ, ਇਸ ਸੰਸਾਰ ਦੀਆਂ ਬਿਮਾਰੀਆਂ ਅਤੇ ਦੁੱਖਾਂ ਤੋਂ ਮੈਂ ਆਜ਼ਾਦ ਹੋਵਾਂਗਾ। ਉਹ ਸਮਾਂ ਨੇੜੇ ਹੈ। ਇਹ ਚਿੰਨ੍ਹ ਵਾਰ-ਵਾਰ ਇਸ ਚੀਜ਼ ਨੂੰ ਦੱਸ ਰਹੇ ਹੈ ਕਿ ਹਜੇ ਵੀ ਮੌਕਾ ਹੈ, ਹਜੇ ਵੀ ਸਮਾਂ ਹੈ ਕਿ ਅਸੀਂ ਜਿਉਂਦੇ ਪਰਮੇਸ਼ਰ ਨੂੰ ਭਾਲੀਏ, ਜਿਉਂਦੇ ਪਰਮੇਸ਼ਰ ਦੀ ਖੋਜ ਕਰੀਏ, ਜਿਉਂਦੇ ਪਰਮੇਸ਼ਰ ਦੇ ਨੇੜੇ ਜਾਈਏ, ਜਿਹੜਾ ਮੈਨੂੰ ਅਤੇ ਆਪ ਨੂੰ ਮੌਤ ਤੋਂ ਬਚਾ ਸਕਦਾ ਹੈ। ਮਾਤਰ ਇੱਕੋ ਹੀ ਹੈ ਜਿਹੜਾ ਮੌਤ ਤੋਂ ਬਚਾ ਸਕਦਾ ਹੈ, ਉਹ ਪਰਮੇਸ਼ਰ ਜਿਸ ਨੇ ਧਰਤੀ ਅਤੇ ਆਕਾਸ਼ ਨੂੰ ਰਚਿਆ ਹੈ, ਜਿਸ ਨੇ ਤਾਰਾਗਣ ਨੂੰ ਰਚਿਆ ਹੈ, ਜਿਸ ਨੇ ਸੰਪੂਰਨ ਬ੍ਰਹਮੰਡ ਨੂੰ ਰਚਿਆ ਹੈ, ਉਹ ਪਰਮੇਸ਼ਰ ਸਾਨੂੰ ਇਸ ਦੁੱਖ ਅਤੇ ਇਸ ਭੈ ਤੋਂ ਛੁਡਾ ਸਕਦਾ ਹੈ। ਸਾਡੇ ਉੱਤੇ ਉਹ ਆਪਣੀ ਕਿਰਪਾ ਕਰ ਸਕਦਾ ਹੈ। ਪਿਆਰੋ, ਅੱਜ ਮੌਕਾ ਹੈ, ਅੱਜ ਸਮਾਂ ਹੈ। ਇਸ ਕਰਕੇ ਉਹ 22 ਆਇਤ ਦੇ ਵਿੱਚ ਦੂਸਰੀ ਗੱਲ ਜਿਹੜੀ ਮੈਂ ਨਿਆਂ ਦੇ ਨਾਲ ਪ੍ਰਗਟ ਕਰ ਰਿਹਾ ਹਾਂ ਉਹ ਇਹ ਹੈ, ਯਾਰ ਇਹ ਯਹੋਵਾ ਦੀ ਦਇਆ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਿਮ ਅਟੁੱਟ ਜੋ ਹੈ। ਨਿਆਂ ਦੇ ਵਿੱਚ ਜਦੋਂ ਅਸੀਂ ਪਰਮੇਸ਼ਰ ਦੇ ਨਿਆਂ ਦੇ ਵਿੱਚ ਪਰਮੇਸ਼ਰ ਦੀ ਮਿਹਰ ਦੇਖਦੇ ਹਾਂ, ਉਹ ਪਰਮੇਸ਼ਰ ਦੀ ਮਿਹਰ ਹੈ ਯਿਸੂ ਮਸੀਹ, ਜਿਹੜਾ ਅੱਜ ਤੋਂ 2020 ਸਾਲ ਪਹਿਲਾਂ ਮੇਰੇ ਲਈ ਇਸ ਧਰਤੀ ਤੇ ਪੈਦਾ ਹੋਇਆ, ਜਿਸ ਦੇ ਬਾਰੇ ਸਵਰਗਦੂਤਾਂ ਨੇ ਪਹਿਲਾਂ ਤੋਂ ਹੀ ਨਵੀਆਂ ਦੇ ਰਾਹੀਂ ਕਹਾ ਦਿੱਤਾ ਸੀ। ਕੀ ਕਹਾਇਆ ਸੀ ਕਿ ਵੇਖੋ ਇੱਕ ਵਾਰੀ ਗਰਭਵਤੀ ਹੋਵੇਗੀ ਅਤੇ ਤੂੰ ਉਸ ਦਾ ਨਾਮ ਇਮੈਨੂਅਲ ਰੱਖੀ। ਇਮੈਨੂਅਲ ਦਾ ਮਤਲਬ ਹੈ ਪਰਮੇਸ਼ਰ ਸਾਡੇ ਨਾਲ। ਜਦੋਂ ਅਸੀਂ ਪਾਪ ਦੇ ਵਿੱਚ ਸੀ ਤਾਂ ਪਰਮੇਸ਼ਰ ਦੇ ਅਤੇ ਸਾਡੇ ਵਿੱਚ ਦੂਰੀ। ਹੁਣ ਪਰਮੇਸ਼ਵਰ ਦਾ ਰਹਿਮ ਮੇਰੇ ਉੱਤੇ ਪ੍ਰਗਟ ਹੋਇਆ ਹੈ ਸਵਰਗੋਂ। ਕਿਹਦੇ ਰਾਹੀਂ? ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਬਾਰੇ ਮਤੀ ਰਚਿਤ ਸੁਸਮਾਚਾਰ ਉਸ ਦਾ 1:21 ਦੇ ਵਿੱਚ ਲਿਖਿਆ ਹੈ ਕਿ ਇਹ ਮਰੀਅਮ ਜਿਹੜੀ ਕੁਆਰੀ ਸੀ, ਉਸ ਨੂੰ ਸਵਰਗਦੂਤ ਨੇ ਸੰਦੇਸ਼ ਦਿੱਤਾ, ਤੂੰ ਪਵਿੱਤਰ ਆਤਮਾ ਦੇ ਨਾਲ ਗਰਭਵਤੀ ਹੈ ਔਰ ਤੂੰ ਇੱਕ ਪੁੱਤਰ ਜਣੇਗੀ, ਉਸ ਦਾ ਨਾਮ ਯਿਸੂ ਰੱਖੀ। ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਇਹਦਾ ਮਤਲਬ ਰਹਿਮ ਕੀ ਹੈ? ਪਾਪ ਤੋਂ ਬਚਣ ਦਾ। ਇਹ ਬਿਮਾਰੀ, ਇਹ ਸੰਕਟ, ਇਹ ਕਲੇਸ਼, ਇਹ ਦੁੱਖ ਅਤੇ ਪੀੜਾ ਇਸ ਧਰਤੀ ਦੇ ਵਿੱਚ ਜੋ ਲੱਗੀਆਂ ਹੋਈਆਂ ਹੈ, ਜੋ ਮਨੁੱਖ ਜਾਤੀ ਦੇ ਉੱਤੇ ਆਈਆਂ ਹੈ, ਇਸ ਦਾ ਕਾਰਨ ਇੱਕੋ ਹੀ ਹੈ, ਪਾਪ। ਪਿਆਰੋ, ਇਸ ਪਾਪ ਤੋਂ ਬਚਣ ਦੇ ਲਈ ਯਰਮਾਇਆ ਸਾਨੂੰ ਇੱਕ ਪਰਮੇਸ਼ਰ ਦੀ ਤਸੱਲੀ, ਇੱਕ ਪਰਮੇਸ਼ਰ ਦੀ ਮਿਹਰ ਸਾਡੇ ਉੱਤੇ ਇਸ ਵਚਨ ਦੇ ਰਾਹੀਂ ਪ੍ਰਗਟ ਕਰ ਰਿਹਾ। ਅਸੀਂ ਇਸ ਵਚਨ ਦੇ ਰਾਹੀਂ ਪਰਮੇਸ਼ਰ ਦੇ ਨੇੜੇ ਜਾ ਸਕਦੇ ਹਾਂ, ਪਰਮੇਸ਼ਰ ਦੀ ਮਹਿਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਮੈਂ ਵਚਨ ਪੜ੍ਹਨਾ ਚਾਹੁੰਦਾ ਹਾਂ ਮਲਾਕੀ ਦੀ ਪੁਸਤਕ 3 ਅਧਿਆਇ ਉਸ ਦੀ 6 ਆਇਤ, ਜਿੱਥੇ ਪਰਮੇਸ਼ਰ ਆਪਣੀ ਮਹਿਮਾ ਦਾ ਕਾਰਜ ਪ੍ਰਗਟ ਕਰਦਾ ਹੈ। 3:6 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਕਿਉਂ ਜੋ
मैं यहोवा अटल हाँ, इसे कारण हे याकूब दे पुत्रो तुसी नहीं मुके, तुसी खत्म नहीं हो गए। ਇਹਦਾ मतलब ਅੱਜ भी ਅਸੀਂ हाँ। परमेश्वर अटल है, ਉਹ ਯੁਗਾਨ ਯੁਗ ਇੱਕੋ ਜਿਹਾ ਹੈ। ਉਹ ਯੁਗਾਨ ਯੁਗ ਸਾਡੇ ਉੱਤੇ ਰਹਿਮ ਕਰਨ ਵਾਲਾ ਪਰਮੇਸ਼ਵਰ ਹੈ। ਸਾਡਾ ਪਰਮੇਸ਼ਵਰ ਯਹੋਵਾ ਦਇਆ ਕਰਨ ਵਾਲਾ, ਗੁੱਸੇ ਵਿੱਚ ਧੀਰਜੀ। ਉਸਨੇ ਆਪਣਾ ਸਾਰਾ ਕ੍ਰੋਧ, ਜਿਹੜਾ ਪਾਪ ਦਾ ਕ੍ਰੋਧ ਸੀ, ਕ੍ਰੋਧ ਦਾ ਮਤਲਬ ਕ੍ਰੋਧ ਦੇ ਵਿੱਚ ਸ੍ਰਿਸ਼ਟੀ ਨੂੰ ਖਤਮ ਕਰ ਦੇਣਾ, ਨਸ਼ਟ ਕਰ ਦੇਣਾ, ਪਰ ਉਹ ਸਾਰਾ ਕ੍ਰੋਧ ਪਰਮੇਸ਼ਵਰ ਨੇ ਜੋ ਮਨੁੱਖ ਜਾਤੀ ਦੇ ਪਾਪ ਦਾ ਸੀ, ਆਪਣੇ ਪੁੱਤਰ ਯਿਸੂ ਮਸੀਹ ਦੇ ਉੱਤੇ ਲੱਦ ਦਿੱਤਾ। ਉਸ ਨੇ ਸਾਡੇ ਸਾਰਿਆਂ ਦੀ ਮੌਤ ਆਪਣੇ ਉੱਤੇ ਲੈ ਲਈ ਅਤੇ ਉਸ ਮੌਤ ਤੋਂ ਸਾਨੂੰ ਛੁਟਕਾਰਾ ਦੇਣ ਦੇ ਲਈ ਆਪਣਾ ਜੀਵਨ ਸਾਨੂੰ ਦੇ ਦਿੱਤਾ। ਕਿੰਨਾ ਮਹਾਨ ਕੰਮ ਹੈ, ਕਿੰਨਾ ਦਇਆ ਦਾ ਕੰਮ ਹੈ। ਅਸੀਂ ਮੁੱਕ ਨਹੀਂ ਗਏ, ਅਸੀਂ ਖਤਮ ਨਹੀਂ ਹੋ ਗਏ। ਮੈਂ ਇਸ ਗੱਲ ਨੂੰ ਸਮਝਦਾ, ਜਦੋਂ ਯਰਮਾਇਆ ਨਬੀ ਦੀ ਕਿਤਾਬ ਦੇ ਇਸ ਸੰਦੇਸ਼ ਦਾ ਅਸੀਂ ਰਿਕਾਰਡ ਦੇਖਦੇ ਹਾਂ ਤਾਂ ਬਿਰਲਾਪ ਗੀਤ ਦੇ ਵਿੱਚ ਸਾਨੂੰ ਮਨੋਵਿਗਿਆਨਿਕ ਦੀ ਇੱਕ ਝਲਕ ਮਿਲਦੀ ਹੈ। ਇਹ ਮੰਨ ਕੇ ਕਿ ਯਰਮਾਇਆ ਨੇ ਇਸ ਨੂੰ ਲਿਖਿਆ ਇਸ ਲਈ ਨਿਯਮਤ ਹੈ ਕਿ ਇਹ ਸੱਚਮੁੱਚ ਸੋਗ ਦਾ ਇੱਕ ਸਤਰ ਪੋਥੀ ਦੀ ਇਹ ਪੁਸਤਕ ਯਹੂਦਾ ਅਤੇ ਯਰੂਸ਼ਲਮ ਦੇ ਫੈਸਲਿਆਂ ਨੂੰ ਲੈ ਕੇ ਅਜਿਹੀ ਅੰਦਰੂਨੀ ਉਤਲ ਪੁਥਲ ਅਤੇ ਨਿਰਾਸ਼ਾ ਦੇ ਨਿਸ਼ਾਨਦੇਹੀ ਕੀਤੀ ਗਈ ਕਿ ਉਮੀਦ ਦੀ ਕੋਈ ਚਮਕ, ਬਿੰਨਣ ਵਾਲੀ ਚਮਕ ਨਾਲ ਖੜੀ ਹੋਵੇਗੀ। ਔਰ ਅਸੀਂ ਅਧਿਆਇ 3 ਵਿੱਚ ਲੇਖਕ ਨੂੰ ਆਪਣੀ ਭਵਿੱਖਬਾਣੀ ਅਤੇ ਮੁਸੀਬਤਾਂ ਤੋਂ ਭਟਕੇ ਪ੍ਰਭੂ ਦੇ ਅਟਲ ਪਿਆਰ, ਜੋ ਧੋਖੇ ਦੀ ਘੋਸ਼ਣਾ ਕੀਤੀ ਰੱਬ ਲਈ, ਅਜਿਹਾ ਦ੍ਰਿੜ ਪਿਆਰ ਸਿਰਫ ਭਾਵੁਕ ਨਹੀਂ ਹੁੰਦਾ ਹੈ, ਇਹ ਉਸ ਦੀ ਨਿਰੰਤਰ ਵਚਨਬੱਧਤਾ ਹੈ, ਉਸ ਦੇ ਪੂਰਨ ਪਾਤਰ ਪ੍ਰਤੀਬਿੰਬ, ਉਸ ਦੇ ਲੋਕਾਂ ਦੇ ਪ੍ਰਤੀ ਪਰਮੇਸ਼ਵਰ ਦੀ ਦਇਆ ਅਤੇ ਰਹਿਮ ਹੈ, ਜੋ ਇਸ ਜਗ੍ਹਾ ਦੇ ਉੱਤੇ ਉਸ ਨੇ ਪ੍ਰਗਟ ਕੀਤੀ। ਅਸੀਂ ਇੱਕ ਚੀਜ਼ ਜ਼ਰੂਰ ਦੇਖਦੇ ਹਾਂ, ਆਪਣੇ ਅਵਿਸ਼ਵਾਸੀ ਦੋਸਤ ਜਾਂ ਗਵਾਂਢੀ ਨੂੰ ਪੁੱਛੋ, ਤੁਸੀਂ ਵਰਤਮਾਨ ਸਥਿਤੀਆਂ ਦੇ ਬਾਵਜੂਦ ਕਿਵੇਂ ਵਿਸ਼ਵਾਸ ਕਰ ਸਕਦੇ ਹੋ? ਕੀ ਤੁਹਾਨੂੰ ਮੌਤ ਦਾ ਡਰ ਨਹੀਂ ਸਤਾਉਂਦਾ? ਕੀ ਤੁਹਾਨੂੰ ਰੋਗ ਦਾ ਡਰ ਨਹੀਂ ਸਤਾਉਂਦਾ? ਕੀ ਤੁਹਾਨੂੰ ਪਤਾ ਹੈ ਕੱਲ ਅਸੀਂ ਕਿੱਥੇ ਹੋਣਾ ਹੈ? ਕੀ ਤੁਹਾਨੂੰ ਪਤਾ ਹੈ ਮੈਂ ਅੱਜ ਖਤਮ ਹੋ ਗਿਆ ਤਾਂ ਮੇਰੇ ਪਿੱਛੇ ਮੇਰੇ ਪਰਿਵਾਰ ਦਾ ਕੀ ਹੋਵੇਗਾ? ਤੁਹਾਨੂੰ ਪਤਾ ਹੈ ਮੇਰੇ ਬੱਚੇ, ਅਗਰ ਅੱਜ ਮੇਰਾ ਸੰਸਾਰ ਖਤਮ ਹੋ ਗਿਆ ਤਾਂ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਹੋਵੇਗਾ? ਯਰਮਾਇਆ ਜਦੋਂ ਬਿਰਲਾਪ ਗੀਤ ਲਿਖ ਰਿਹਾ ਹੈ ਤਾਂ ਸਾਰੀਆਂ ਗੱਲਾਂ ਦਾ ਇਸ ਜਗ੍ਹਾ ਦੇ ਉੱਤੇ ਫੋਕਸ ਕਰਕੇ ਉਹ ਸਾਨੂੰ ਦੱਸ ਰਿਹਾ। ਉਹ ਕੀ ਦੱਸ ਰਿਹਾ? ਪਰਮੇਸ਼ਵਰ ਦੀ ਸੁਰੱਖਿਆ। ਜਦੋਂ ਅਸੀਂ ਜ਼ਬੂਰ 91 ਪੜ੍ਹਦੇ ਹਾਂ ਤਾਂ ਉਸ ਵਿੱਚ ਅਸੀਂ ਪਰਮੇਸ਼ਵਰ ਦੀ ਸੁਰੱਖਿਆ ਦੇ ਬਾਰੇ ਦੇਖਦੇ ਹਾਂ। ਜ਼ਬੂਰ 91 ਤੁਸੀਂ ਆਪਣੇ ਵਿਅਕਤੀਗਤ ਸਮੇਂ ਦੇ ਵਿੱਚ ਇਸ ਨੂੰ ਜ਼ਰੂਰ ਪੜ੍ਹਨਾ। ਮੈਂ ਕੁਝ ਗੱਲਾਂ ਇਸ ਵਿੱਚ ਪੜ੍ਹ ਰਿਹਾ ਹਾਂ। ਕਹਿੰਦਾ, ਜਿਹੜੇ ਪਰਮ ਪ੍ਰਧਾਨ ਦੀ ਛਾਂ ਹੇਠ ਬੈਠੇ ਰਹੇ, ਉਹ ਸਰਵ ਸ਼ਕਤੀਮਾਨ ਦੀ ਛਾਂ ਹੇਠ ਠਿਕਾਣਾ ਪਾਉਣਗੇ। ਜਿਹੜੇ ਪਰਮੇਸ਼ਵਰ ਦੇ ਕੋਲ ਆ ਗਏ, ਪ੍ਰਭੂ ਯਿਸੂ ਮਸੀਹ ਦੇ ਕੋਲ, ਉਹ ਉਸ ਵਿੱਚ ਪਰਮੇਸ਼ਵਰ ਦੇ ਨਾਲ ਬੈਠਣ ਦਾ ਠਿਕਾਣਾ ਭਾਵ ਕਰ, ਅਜਿਹਾ ਕਰ ਜਿੱਥੇ ਨਾ ਮੌਤ ਹੈ, ਜਿੱਥੇ ਨਾ ਦੁੱਖ ਹੈ, ਜਿੱਥੇ ਨਾ ਮੁਸੀਬਤ ਹੈ, ਜਿੱਥੇ ਨਾ ਕਿਸੇ ਪ੍ਰਕਾਰ ਦੀ ਚਿੰਤਾ ਹੈ, ਨਾ ਕਿਸੇ ਪ੍ਰਕਾਰ ਦਾ ਫਿਕਰ, ਕੁਝ ਵੀ ਡਰ ਨਹੀਂ ਹੈ, ਕਿਉਂਕਿ ਪਰਮੇਸ਼ਵਰ स्वयं ਉਹਨਾਂ ਦੀ ਪਨਾਹ ਹੈ ਯਿਸੂ ਮਸੀਹ ਦੇ ਵਿੱਚ। ਔਰ ਫਿਰ ਅੱਗੇ ਕੀ ਕਹਿੰਦਾ ਹੈ ਜ਼ਬੂਰ 91 ਦਾ 2, ਕਹਿੰਦਾ, ਮੈਂ ਯਹੋਵਾ ਦੇ ਵਿਖੇ ਕਹਿੰਦਾ ਹਾਂ ਕਿ ਉਹ ਮੇਰਾ ਪਨਾਹ ਅਤੇ ਮੇਰਾ ਗੜ੍ਹ ਹੈ ਅਤੇ ਉਹ ਮੇਰਾ ਪਰਮੇਸ਼ਰ ਹੈ, ਮੈਂ ਉਸ ਉੱਤੇ ਭਰੋਸਾ ਰੱਖਾਂਗਾ।
ਉਹ ਮੈਨੂੰ ਬੇਲੀਏ ਦੇ ਜਾਲ ਅਤੇ ਮਹਾਮਾਰੀ ਤੋਂ ਬਚਾਵੇਗਾ। ਬੇਲੀਏ ਦਾ ਜਾਲ ਮਤਲਬ ਸ਼ੈਤਾਨ ਦੇ ਜਾਲ ਤੋਂ, ਜਿਹੜਾ ਚੋਗਾ ਪਾਉਂਦਾ ਹੈ ਤੇ ਉਹਦੇ ਵਿੱਚ ਕਬੂਤਰ ਫਸ ਜਾਂਦਾ ਹੈ। ਇਹ ਹੈ ਪਾਪ ਦਾ, ਉਹ ਅਭਿਲਾਸ਼ਾ ਦਾ ਅਤੇ ਕਾਮਨਾ ਦਾ ਜਾਲ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਟੈਂਪਟੇਸ਼ਨ ਕਹਿ ਦਿੰਦੇ ਹਾਂ। ਉਹ ਸਾਡੇ ਇਹ ਟੈਂਪਟੇਸ਼ਨ ਜਿਹੜੀ ਹੈ ਸਰੀਰਿਕ ਹੈ। ਇਹ ਸਰੀਰਿਕ ਪ੍ਰੀਖਿਆਵਾਂ ਹੈ ਜਿਸ ਵਿੱਚ ਉਹ ਸਾਨੂੰ ਫਸਾ ਕੇ ਸਾਡੇ ਜੀਵਨ ਨੂੰ ਨਸ਼ਟ ਕਰਨਾ। ਪਰ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਮੇਰੇ ਲਈ ਉਸ ਮਹਾਮਾਰੀ ਤੋਂ, ਉਸ ਬੇਲੀਏ ਦੇ ਜਾਲ ਤੋਂ ਬਚਣ ਦੇ ਲਈ ਆਪਣਾ ਪੁੱਤਰ ਮੈਨੂੰ ਦਿੱਤਾ ਹੈ, ਜਿਹੜਾ ਮੇਰੇ ਲਈ ਇਸ ਸੰਸਾਰ ਦੇ ਵਿੱਚ ਲੜਦਾ ਹੈ, ਜਿਹੜਾ ਮੈਨੂੰ ਹਰ ਇੱਕ ਬਿਮਾਰੀ, ਹਰ ਇੱਕ ਦੁੱਖ ਤੋਂ ਬਚਾਉਣ ਦੇ ਲਈ ਮੇਰੇ ਲਈ ਰਾਸਤਾ ਇਖਤਿਆਰ ਕਰਦਾ ਹੈ। ਔਰ 5 ਤੇ 6 ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਇੱਕ ਗੱਲ ਸਮਝ ਆਉਂਦੀ ਹੈ। ਕਹਿੰਦਾ ਤੂੰ ਨਾ ਰਾਤ ਦੇ ਭੈ ਤੋਂ ਡਰੇਂਗਾ, ਨਾ ਤੀਰ ਜੋ ਦਿਨ ਨੂੰ ਉੜਦਾ ਹੈ, ਅਤੇ ਉਸ ਮਰੀ ਤੋਂ ਜੋ ਹਨੇਰਾ ਫੈਲਾਉਂਦੀ ਹੈ, ਅਤੇ ਮਹਾਰੋਗ ਤੋਂ ਜੋ ਦਿਨ ਦੁਪਹਿਰੀ ਉਜਾੜਦਾ ਹੈ। ਤੁਸੀਂ ਰਾਤ ਦੇ ਦਹਿਸ਼ਤ ਅਤੇ ਨਾ ਦਿਨ ਦੇ ਉਡਣ ਵਾਲੇ ਤੀਰ, ਨਾ ਹਨੇਰੇ ਵਿੱਚ ਡਿੱਗੀ ਮਹਾਮਾਰੀ, ਨਾ ਹੀ ਵਿਪਤਾ ਜੋ ਦੁਪਹਿਰ ਨੂੰ ਨਸ਼ਟ ਕਰਦੇ ਹੋ, ਨਹੀਂ ਡਰੋਗੇ। ਪਰਮੇਸ਼ਵਰ ਦੀ ਮਿਹਰ, ਪ੍ਰਭੂ ਯਿਸੂ ਮਸੀਹ ਨੇ ਮੈਨੂੰ ਅਤੇ ਆਪ ਨੂੰ ਇੱਕ ਵਾਅਦਾ ਦਿੱਤਾ ਹੈ, ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੋਇਆ ਹੈ। ਕੀ ਵਾਅਦਾ ਦਿੱਤਾ? ਯੁੱਗ ਦੇ ਅੰਤ ਤੱਕ ਸदैव ਮੈਂ ਤੁਹਾਡੇ ਨਾਲ, ਮੈਂ ਤੁਹਾਨੂੰ ਨਾ ਕਦੇ ਛੱਡਾਂਗਾ, ਨਾ ਕਦੇ ਤਿਆਗਾਂਗਾ। ਮੈਂ ਤੁਹਾਡਾ ਪਰਮੇਸ਼ਰ, ਆਈ ਐਮ ਯੂਰ ਗॉड। ਉਹ ਜਿਹੜੇ ਮੰਨ ਲੈਂਦੇ ਆ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪੀ ਦੇ ਲਈ ਆਇਆ, ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ, ਮੈਨੂੰ ਇਸ ਵਿਪਤਾ ਅਤੇ ਇਸ ਦੁੱਖ ਤੇ ਇਸ ਕਲੇਸ਼, ਇਸ ਸੰਕਟ ਤੋਂ ਮੈਨੂੰ ਬਚਾਵੇਗਾ ਅਤੇ ਉਸ ਜਗ੍ਹਾ ਦੇ ਉੱਤੇ ਲੈ ਜਾਵੇਗਾ ਜਿੱਥੇ ਉਹ ਸਵੈ ਬਿਰਾਜਮਾਨ ਹੈ, ਜਿੱਥੇ ਇਹ ਗੱਲਾਂ ਦਾ ਪ੍ਰਵੇਸ਼ ਹੈ ਹੀ ਨਹੀਂ। ਮੇਰੇ ਪਿਆਰੇ ਅਸੀਸ, ਇਹਨਾਂ ਦਿਨਾਂ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ। ਇਹਨਾਂ ਦਿਨਾਂ ਦੇ ਵਿੱਚ ਕਸ਼ਟ ਅਤੇ ਕਲੇਸ਼ ਆ ਰਹੇ ਆ, ਪਰ ਅਸੀਂ ਇਸ ਕਲੇਸ਼ ਦੇ ਵਿੱਚ ਇੱਕ ਹੋਰ ਗੱਲ ਦੇਖਦੇ ਹਾਂ, ਜਿਹੜੀ ਮੈਂ ਆਪ ਦੇ ਲਈ ਪੜ੍ਹਨ ਜਾ ਰਿਹਾ ਹਾਂ। ਉਹ ਹੈ 23 ਆਇਤ। ਉਹ ਹਰ ਸਵੇਰ ਨੂੰ ਤਾਜ਼ਾ ਹਨ ਅਤੇ ਤੇਰੀ ਵਫਾਦਾਰੀ ਵੱਡੀ ਹੈ। ਉਹ ਹਰ ਸਵੇਰ ਨੂੰ ਤਾਜ਼ਾ, ਹਰ ਸਵੇਰ ਨੂੰ ਤਾਜ਼ਾ ਹਨ। ਜਿੰਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, ਉਹਨਾਂ ਦੀ ਹਰ ਸਵੇਰ ਤਾਜ਼ਾ ਹੈ। ਮੈਨੂੰ ਤਾਜ਼ਾ ਲੱਗਦੀ ਹੈ, ਕਿਉਂਕਿ ਹਰ ਸਵੇਰ ਪਰਮੇਸ਼ਰ ਮੇਰੇ ਲਈ ਇੱਕ ਉੱਤਮ ਵਚਨ ਇਸ ਦੇ ਵਿੱਚੋਂ ਦਿੰਦਾ ਹੈ। ਜਦੋਂ ਮੈਂ ਪੜ੍ਹਦਾ ਹਾਂ ਇਸ ਬਾਈਬਲ ਦੇ ਵਿੱਚੋਂ, ਇਹ ਹਰ ਸਵੇਰ, ਜਿਸ ਤਰ੍ਹਾਂ ਅਸੀਂ ਇੱਕ ਚਾਹ ਦੀ ਭਾਲ ਕਰਦੇ ਹਾਂ, ਜਿਸ ਤਰ੍ਹਾਂ ਕੋਈ ਸਵੇਰੇ ਉੱਠ ਕੇ ਜੂਸ ਦੀ ਭਾਲ ਕਰਦਾ ਹੈ, ਜਿਸ ਤਰ੍ਹਾਂ ਸਵੇਰੇ ਉੱਠ ਕੇ ਕੋਈ ਆਪਣੇ ਸਰੀਰ ਨੂੰ ਅੱਛਾ ਰੱਖਣ ਦੇ ਲਈ, ਬਿਹਤਰ ਰੱਖਣ ਦੇ ਲਈ ਉਸ ਦਾ ਹਰ ਸਵੇਰ ਨੂੰ ਸੇਵਨ ਕਰਦਾ ਹੈ, ਉਸੇ ਤਰ੍ਹਾਂ ਇਹ ਮੇਰੇ ਲਈ ਹੈ। ਕਿਉਂ? ਜਦੋਂ ਮੈਂ ਜ਼ਬੂਰ 42 ਪੜ੍ਹਦਾ ਹਾਂ ਤਾਂ ਇੱਥੇ ਬੜਾ ਵਧੀਆ ਵਚਨ ਲਿਖਿਆ ਹੈ, ਬਹੁਤ ਵਧੀਆ। ਤੁਸੀਂ ਪੜ੍ਹਨਾ, ਮੈਂ ਵੀ ਆਪ ਦੇ ਲਈ ਪੜ੍ਹ ਰਿਹਾ 42 ਦਾ 1-2। ਇੱਥੇ ਲਿਖਿਆ, ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ ਪਰਮੇਸ਼ਰ ਤੇਰੇ ਲਈ ਤਰਸਦਾ ਹੈ ਹਰ ਭੋਰ। ਅਗਲੀ ਗੱਲ ਕੀ ਕਹਿੰਦਾ? ਮੇਰਾ ਜੀ ਪਰਮੇਸ਼ਰ ਦੇ ਲਈ, ਜਿਉਂਦੇ ਪਰਮੇਸ਼ਰ ਦੇ ਲਈ ਧਿਆਇਆ ਹੈ। ਮੈਂ ਕਦੋਂ ਜਾਵਾਂ ਅਤੇ ਪਰਮੇਸ਼ਰ ਦੇ ਸਨਮੁਖ ਹਾਜ਼ਰ ਹੋਵਾਂ। ਅੱਜ ਦੁਨੀਆ ਦੇ ਵਿੱਚ ਕਲੇਸ਼ ਕਿਉਂ ਹੈ? ਕਿਉਂਕਿ ਉਹ ਪਰਮੇਸ਼ਰ ਤੋਂ ਬੇਮੁਖ ਹੋ ਗਏ। ਉਹ ਪਰਮੇਸ਼ਰ ਨੂੰ ਸਮਾਂ ਨਹੀਂ ਦੇ ਰਹੇ, ਉਹ ਪਰਮੇਸ਼ਰ ਦੇ ਨੇੜੇ ਨਹੀਂ ਜਾ ਰਹੇ। ਉਹਨਾਂ ਦੇ ਲਈ ਇਸ ਸਮੇਂ ਸੰਸਾਰ ਅਤੇ ਸੰਸਾਰ ਦੀਆਂ, ਮੇਰਾ ਪ੍ਰਭੂ ਇਸ ਦੁਨੀਆ ਦੇ ਵਿੱਚ ਰਿਹਾ, ਮੇਰਾ ਪ੍ਰਭੂ ਨੇ ਇਸ ਦੁਨੀਆ ਦੇ ਵਿੱਚ ਸਮਾਂ ਬਤੀਤ ਕੀਤਾ, ਪਰ ਕੀ ਕੀਤਾ ਉਹਨੇ? ਹਰ ਸਵੇਰ ਅਰਲੀ ਮਾਰਨਿੰਗ, ਜਿਸ ਵੇਲੇ ਕੋਈ ਡਿਸਟਰਬੈਂਸ ਨਹੀਂ, ਸਵੇਰੇ ਭੋਰ 3 ਅਤੇ 4 ਦੇ ਵਿੱਚ ਪਰਮੇਸ਼ਵਰ ਦੇ ਨਾਲ ਗੱਲਾਂ ਕਰਦਾ ਅਤੇ ਮੁੜ ਥੱਲੇ ਆ ਕੇ ਫਿਰ
ਦਿਨਚਰਿਆ ਦੇ ਕੰਮਾਂ 'ਚ ਕੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ? ਮੇਰਾ ਪਰਮੇਸ਼ਰ ਮੇਰੀ ਆਤਮਾ ਨੂੰ, ਜੇ ਮੇਰੀ ਆਤਮਾ ਤਾਜ਼ਾ ਹੈ ਤਾਂ ਸਰੀਰ ਆਪਣੇ ਆਪ ਤਾਜ਼ਾ ਹੈ, ਜੇ ਆਤਮਾ ਤਾਜ਼ਾ ਨਹੀਂ ਤਾਂ ਸਰੀਰ ਵੀ ਪੁੱਜਿਆ ਤੇ ਡਿੱਗਿਆ ਹੋਇਆ ਹੈ। ਮੇਰੇ ਪਿਆਰੇ ਅਸੀਸ, ਅਸੀਂ ਪਰਮੇਸ਼ਰ ਦੇ ਲਈ ਬਹੁਮੁੱਲੇ ਹਾਂ। ਇਸ ਲਈ ਇੱਥੇ ਉਹ ਕਹਿੰਦਾ ਹੈ ਤਾਜ਼ਾ ਹਨ ਅਤੇ ਤੇਰੀ ਵਫਾਦਾਰੀ ਵੱਡੀ ਹੈ। ਆਖਰੀ ਗੱਲ ਹੈ ਇਹ, ਤੇਰੀ ਵਫਾਦਾਰੀ ਵੱਡੀ ਹੈ। ਇਹ ਵਫਾਦਾਰੀ ਕੀ ਹੈ? ਮੇਰੇ ਦੋਸਤ ਮਿੱਤਰ, ਮੇਰੇ ਸੱਜਣ ਮਿੱਤਰ, ਮੇਰੇ ਧੀ ਪੁੱਤ, ਮੇਰੇ ਆਪਣੇ ਰਿਸ਼ਤੇਦਾਰ, ਜਿਨ੍ਹਾਂ ਦੇ ਉੱਤੇ ਮੇਰਾ ਭਰੋਸਾ, ਉਹ ਸਭ ਮੈਨੂੰ ਛੱਡ ਜਾਣਗੇ, ਪਰ ਪਰਮੇਸ਼ਰ ਦੀ ਵਫਾਦਾਰੀ ਮੇਰੇ ਨਾਲ ਸਵਰਗ ਤੱਕ ਜਾਏ, ਸਵਰਗ ਤੱਕ, ਇਨ ਹੈਵਨ। ਕਹਿੰਦਾ ਤੇਰੀ ਵਫਾਦਾਰੀ ਵੱਡੀ ਹੈ। ਯਰਮਾਇਆ ਕਹਿ ਰਿਹਾ ਹੈ ਤੇਰੇ ਲਈ ਪਰਮੇਸ਼ਰ ਦੀ ਵਫਾਦਾਰੀ ਵੱਡੀ ਹੈ। ਔਰ ਅਗਰ ਵਫਾਦਾਰੀ ਨੂੰ ਦੇਖੀਏ ਤਾਂ ਦੇਖੋ ਪਰਮੇਸ਼ਰ ਦੀ ਵਫਾਦਾਰੀ ਦਾ ਇਜਲਾਸ ਮੇਰੇ ਨਾਲ ਪਹਿਲਾ ਕਰੰਥੀਆਂ ਉਸ ਦਾ 1 ਅਧਿਆਇ ਉਸ ਦੀ 9 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ। ਪਹਿਲਾ ਕਰੰਥੀਆਂ 1 ਦਾ 9 ਕਹਿੰਦਾ ਹੈ ਪਰਮੇਸ਼ਰ ਵਫਾਦਾਰ ਹੈ। ਅਸੀਂ ਵਫਾਦਾਰ ਨਹੀਂ ਹੋ ਸਕਦੇ। ਅਸੀਂ ਗਿਰ ਸਕਦੇ ਹਾਂ, ਅਸੀਂ ਕਿਸੇ ਗੱਲ ਦੇ ਲਈ ਝੁਕ ਸਕਦੇ ਹਾਂ। ਕਹਿੰਦਾ ਪਰਮੇਸ਼ਰ ਵਫਾਦਾਰ ਹੈ, ਜਿਹਦੇ ਰਾਹੀਂ ਤੁਸੀਂ ਉਹਦੇ ਪੁੱਤਰ ਯਿਸੂ ਮਸੀਹ ਸਾਡੇ ਪ੍ਰਭੂ ਦੀ ਸੰਗਤ ਲਈ ਸੱਦੇ ਗਏ ਸੋ। ਦੇਖੋ, ਪ੍ਰਭੂ ਨੇ ਸਾਨੂੰ ਇੱਕ ਆਪਣੀ ਸੰਗਤ ਕੋਲ ਸੱਦਿਆ ਹੈ, ਵਫਾਦਾਰੀ ਦਿੱਤੀ ਹੈ, ਉਹ ਸਾਨੂੰ ਕਦੇ ਛੱਡੇਗਾ ਨਹੀਂ। ਕਹਿੰਦਾ ਇੱਕ ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈ, ਮੈਂ ਨਹੀਂ ਭੁੱਲ ਸਕਦਾ। ਇਹ ਗੱਲ ਯਸ਼ਾਇਆ ਨੇ ਕਿਉਂ ਕਹੀ? ਸਭ ਤੋਂ ਨੇੜੇ ਦਾ ਰਿਸ਼ਤਾ ਮਾਂ ਦੇ ਨਾਲ ਹੁੰਦਾ ਹੈ। ਉਹ ਮਾਂ ਦੀ ਗੱਲ ਕਰ ਰਿਹਾ ਹੈ। ਇੱਕ ਮਾਂ ਭੁੱਲ ਸਕਦੀ ਹੈ, ਪਰ ਪਰਮੇਸ਼ਰ ਨਹੀਂ ਭੁੱਲ ਸਕਦਾ। ਉਹ ਪਰਮੇਸ਼ਰ ਕਿਵੇਂ ਭੁੱਲ ਸਕਦਾ ਹੈ ਜਿਹਨੇ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਮੈਨੂੰ ਚੁਣ ਲਿਆ। ਵੰਡਰਿੰਗ ਗॉड, अद्भुत परमेश्वर है, महासामर्थी परमेश्वर है, महासर्वव्यापी परमेश्वर है, जिन्हें मेरे लिए ਇੰਨੀ ਵੱਡੀ ਵਫਾਦਾਰੀ ਦਿਖਾਈ ਹੈ ਕਿ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਲਈ ਦੇ ਦਿੱਤਾ ਅਤੇ ਉਸ ਵਿੱਚ ਮੈਨੂੰ ਚੁਣ ਕੇ ਸਵਰਗ ਦੀ ਬਾਦਸ਼ਾਹਤ ਦੇ ਦਿੱਤੀ ਅਤੇ ਉਸ ਵਿੱਚ ਮੈਨੂੰ ਉਸ ਨੇ ਆਪਣੇ ਨਾਲ ਬੈਠਣ ਦਾ ਅਖਤਿਆਰ ਦੇ ਦਿੱਤਾ। ਇਸ ਤੋਂ ਵੱਡੀ ਵਫਾਦਾਰੀ ਹੋਰ ਕੀ ਚਾਹੀਦੀ ਹੈ? ਇਸ ਸਮੇਂ ਦੇ ਵਿੱਚ ਸਾਨੂੰ ਭੈ ਨਹੀਂ, ਮੈਨੂੰ ਡਰ ਨਹੀਂ ਹੈ। ਅੱਜ ਮੌਤ ਆ ਗਈ ਤਾਂ ਮੈਨੂੰ ਕੋਈ ਡਰ ਨਹੀਂ ਹੈ। ਡਰ ਕਿਹਨੂੰ ਹੈ? ਜਿਹਨੂੰ ਪਤਾ ਹੀ ਨਹੀਂ ਹੈ ਕਿ ਮੌਤ ਤੋਂ ਮੈਨੂੰ ਛੁਟਕਾਰਾ ਪ੍ਰਭੂ ਯਿਸੂ ਮਸੀਹ ਨੇ ਦੇ ਦਿੱਤਾ ਹੈ, ਉਹਨੂੰ ਡਰ ਹੈ। ਆਪ ਨੂੰ ਡਰ ਨਹੀਂ ਹੋਣਾ ਚਾਹੀਦਾ, ਆਪ ਦੇ ਵਿੱਚ ਡਰ ਨਹੀਂ ਹੋਣਾ ਚਾਹੀਦਾ। ਸੰਸਾਰ ਦੇ ਵਿੱਚ ਸੰਸਾਰ ਦੇ ਲੋਕਾਂ ਨੂੰ ਡਰ ਹੈ। ਇਹ ਸੰਦੇਸ਼ ਮੈਂ ਅਤੇ ਆਪ ਨੇ ਸੰਸਾਰ ਨੂੰ ਦੇਣਾ ਹੈ, ਮੌਤ ਤੋਂ ਡਰਨ ਦੀ ਲੋੜ ਨਹੀਂ। ਮੌਤ ਨੂੰ ਪ੍ਰਭੂ ਯਿਸੂ ਮਸੀਹ ਨੇ ਜਿੱਤ ਲਿਆ ਹੈ। ਇਹ ਪਰਮੇਸ਼ਵਰ ਦੀ ਨਿਆਂ ਦੇ ਵਿੱਚ ਮੇਰੇ ਅਤੇ ਆਪ ਉੱਤੇ ਮਿਹਰ ਹੈ। ਜੇ ਮੇਰੇ ਅਤੇ ਆਪ ਦੇ ਉੱਤੇ ਪਰਮੇਸ਼ਵਰ ਦੀ ਮਿਹਰ ਹੋਈ ਹੈ ਤਾਂ ਇਹ ਮਿਹਰ ਦੂਸਰਿਆਂ ਤੱਕ ਵੀ ਪਹੁੰਚਾਣੀ ਹੈ। ਅੱਜ ਇਹ ਸਮਾਂ ਹੈ, ਅਸੀਂ ਕ੍ਰਿਸਮਸ ਸੈਲੀਬ੍ਰੇਟ ਨਹੀਂ ਕਰਨਾ ਹੈ, ਅਸੀਂ ਪ੍ਰਭੂ ਯਿਸੂ ਮਸੀਹ ਦਾ ਸੁਸਮਾਚਾਰ ਸੁਣਾ ਕੇ ਉਹਨਾਂ ਨੂੰ ਪਰਮੇਸ਼ਰ ਦੀ ਮਿਹਰ ਦੇ ਕੋਲ ਲੈ ਕੇ ਆਉਣਾ ਹੈ, ਜਿਸ ਦੇ ਵਿੱਚ ਮੌਤ ਹੈ ਨਹੀਂ, ਜਿਸ ਦੇ ਵਿੱਚ ਸਦਾ ਦਾ ਜੀਵਨ ਹੈ। ਸੋ ਪਰਮੇਸ਼ਰ ਮੈਨੂੰ ਅਤੇ ਆਪ ਨੂੰ ਪਰਮੇਸ਼ਰ ਦੀ ਉਸ ਨਿਆਂ ਦੀ ਮਿਹਰ ਤੋਂ ਜਿਸ ਤਰ੍ਹਾਂ ਬਚਾ ਕੇ ਰੱਖਿਆ, ਦੂਸਰਿਆਂ ਨੂੰ ਵੀ ਬਚਾਉਣ ਦੇ ਲਈ ਮੇਰੀ ਮਦਦ ਕਰੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।